ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਚੱਲ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਵੀਆਂ ਦੇ ਨਾਲ ਤੇ ਪਹਿਲਾਂ ਫਤਿਹ ਸ਼ਾਹ ਨਾਲ ਜੰਗ ਹੋਈ। ਰਾਜਾ ਭੀਮ ਚੰਦ ਨਾਲ ਸਾਰੇ ਰਾਜਿਆਂ ਨੇ ਰਲ ਕੇ ਗੁਰੂ ਸਾਹਿਬ ਨਾਲ ਜੰਗ ਕੀਤਾ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਪਾਉਂਟਾ ਸਾਹਿਬ ਦੇ ਵਿੱਚ ਸੰਸਕ੍ਰਿਤ ਸਾਹਿਤ ਨਾਲ ਪਿਆਰ, ਵਿਦਵਾਨਾਂ ਦੀ ਕਦਰ ਕਰਨੀ, ਕਵੀਆਂ ਦੀ। ਇੱਥੋਂ ਇਤਿਹਾਸ ਸ਼ੁਰੂ ਕਰਦੇ ਹਾਂ। ਨਵਾਂ ਚੈਨਲ ਹੈ, ਬਾਬਾ ਭਾਈ ਸਗਰਾਮ ਜੀ, ਲਾਇਕ ਵੀ ਕਰਿਓ, ਸਬਸਕ੍ਰਾਈਬ ਵੀ ਕਰੋ, ਅੱਗੇ ਸ਼ੇਅਰ ਵੀ ਕਰ ਦਿਓ ਮੇਰੇ ਵੀਰ, ਅਤੇ ਦੱਸਿਆ ਕਰੋ ਵੀ ਕਥਾ ਵਿਚਾਰ ਠੀਕ ਆ, ਵਧੀਆ। ਫੋਨ ਕਰਕੇ ਦੱਸਤਾ ਅਤੇ ਨਹੀਂ ਤਾਂ ਕਮੈਂਟਾਂ ਰਾਹੀਂ ਦੱਸ ਦਿਆ ਕਰੋ ਮੇਰੇ ਵੀਰ। ਕਥਾ ਹੈਗੀ ਆ ਨਵਾਂ ਜੀਵਨ ਬਖਸ਼ਣ ਅਤੇ ਨੀਲ ਧਾਰਾ ਵਾਲੀ ਜਮਨਾ, ਕਲੰਦਰ ਨਦੀ ਕਿਨਾਰੇ ਪਾਉਂਟੇ ਵਿੱਚ ਸਤਿਗੁਰੂ ਜੀ ਤਕਰੀਬਨ 3 ਸਾਲ ਰਹੇ। ਪਾਉਂਟਾ ਸਾਹਿਬ ਜਮਨਾ ਜਿਹੜੀ ਕੋਲ ਦੀ ਵਗਦੀ ਹੈ, ਜਮਾਂ ਨਾਲ ਦੀ ਜਗਨਾ ਖਹਿ ਕੇ ਵਗਦੀ ਹੈ ਜਮਨਾ ਨਦੀ ਪਾਉਂਟਾ ਸਾਹਿਬ ਦੇ। ਅਤੇ ਸਤਿਗੁਰੂ ਜੀ ਉੱਥੇ 3 ਸਾਲ ਰਹੇ। ਇੰਨਾ ਰਮਣੀਕ ਦ੍ਰਿਸ਼ ਆ ਉੱਥੇ, ਅੰਬਾਂ ਦੇ ਦਰੱਖਤ, ਜਾਮਣਾ ਦੇ ਹੋਰ ਬੜੇ ਵਧੀਆ ਛਾਂ ਵਾਲੇ ਦਰੱਖਤ, ਪੱਧਰੀ ਇਲਾਕਾ, ਬਹੁਤ ਸੋਹਣਾ ਸੁੰਦਰ ਰਮਣੀਕ ਹੈ। ਅਤੇ ਸਤਿਗੁਰੂ ਉੱਥੇ 3 ਸਾਲ ਰਹੇ। ਭੰਗਾਣੀ ਦੇ ਯੁੱਧ ਤੋਂ ਪਹਿਲਾਂ ਸਤਿਗੁਰੂ ਜੀ ਨੇ ਅਨੇਕਾਂ ਕੌਤਕ ਕਰੇ ਇੱਥੇ। ਸਤਿਗੁਰੂ ਜੀ ਦੀ ਅਪਾਰ ਲੀਲਾ ਦਾ ਪੂਰਾ ਹਾਲ ਲਿਖਣਾ ਤਾਂ ਕਠਿਨ ਹੈ, ਪਰ ਫਿਰ ਵੀ ਕੁਝ ਹਾਲ ਲਿਖਦੇ ਹਾਂ। ਕਲਯੁਗੀ ਜੀਵਾਂ ਨੂੰ ਪਾਪ ਕਰਨ ਤੋਂ ਹਟਾ ਕੇ ਭਗਤੀ ਵੱਲ ਜੋੜ ਕੇ ਜਨਮ ਮਰਨ ਦੀ ਫਾਂਸੀ ਕੱਟਣ ਤੋਂ ਬਿਨਾਂ ਸਤਿਗੁਰੂ ਜੀ ਨੇ ਮੁਰਦਾ ਹਿੰਦੂਆਂ ਨੂੰ ਸਰਜੀਤ ਕਰਨ ਵੱਲ ਧਿਆਨ ਦਿੱਤਾ। ਜਿਉਂਦੇ ਕਰਨ ਵਿੱਚ ਕਿਸੇ ਕੌਮ ਦੇ ਜਵਾਨਾਂ ਨੂੰ ਹੌਸਲੇ ਵਾਲੇ ਬਣਾਉਣ ਵਾਸਤੇ ਇਹ ਜ਼ਰੂਰੀ ਹੈ ਕਿ ਉਹਨਾਂ ਨੌਜਵਾਨਾਂ ਦੇ ਦਿਲਾਂ ਅੰਦਰ ਬਹਾਦਰੀ ਅਤੇ ਕੁਰਬਾਨੀ ਦਾ ਬਲਬਲਾ ਉਤਪੰਨ ਕੀਤਾ ਜਾਵੇ। ਬਲਬਲੇ ਨੂੰ ਉਤਪੰਨ ਕਰਨ ਵਾਸਤੇ ਚੰਗੇ ਵੀਰ ਰਸ ਵਾਲੇ ਸਾਹਿਤ ਦਾ ਪੈਦਾ ਕਰਨਾ ਅਤੇ ਉਸ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਸੀ। ਉਸ ਸਮੇਂ ਵੀਰ ਰਸ ਦਾ ਸਾਹਿਤ ਕਵਿਤਾ ਵਿੱਚ ਹੁੰਦਾ ਸੀ। ਨਸਰ ਵਾਰਤਕ ਲਿਖਣ ਦਾ ਬਹੁਤ ਘੱਟ ਰਿਵਾਜ਼ ਸੀ। ਸਾਰੇ ਸਿਆਣੇ ਕਵਿਤਾ ਉਚਾਰਦੇ ਸਨ। ਇੱਥੋਂ ਤੱਕ ਕਿ ਹਿਕਮਤ ਅਤੇ ਜੋਤਿਸ਼ ਦੇ ਗ੍ਰੰਥ ਵੀ ਕਵਿਤਾ ਵਿੱਚ ਹੀ ਉਚਾਰੇ ਗਏ ਸਨ। ਕਵਿਤਾ ਉਚਾਰਨ ਦਾ ਰਿਵਾਜ਼ ਫਾਰਸੀ ਅਤੇ ਸੰਸਕ੍ਰਿਤ ਵਿੱਚ ਬਹੁਤਾ ਸੀ। ਦੇਵਨਾਗਰੀ ਹਿੰਦੀ ਭਾਸ਼ਾ ਵਿੱਚ ਘੱਟ ਸਾਹਿਤ ਉਚਾਰਿਆ ਜਾਂਦਾ ਸੀ। ਇਸ ਵਾਸਤੇ ਚੰਗਾ ਅਤੇ ਨਰੋਆ ਸਾਹਿਤ ਪੈਦਾ ਕਰਨ ਵਾਸਤੇ ਸੰਸਕ੍ਰਿਤ ਅਤੇ ਫਾਰਸੀ ਪੜ੍ਹਨੀ ਬਹੁਤ ਜ਼ਰੂਰੀ ਸੀ। ਸਮੇਂ ਦੀ ਨਬਜ਼ ਨੂੰ ਦੇ ਕੇ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਸੰਸਕ੍ਰਿਤ ਅਤੇ ਫਾਰਸੀ ਵਿੱਦਿਆ ਨੂੰ ਪੜ੍ਹਨ। ਕੁਝ ਸਿੱਖ ਨਿਰਮਲੇ ਸੰਤਾਂ ਦੇ ਰੂਪ ਵਿੱਚ ਕਾਸ਼ੀ, ਬਨਾਰਸ ਭੇਜੇ ਤਾਂ ਕਿ ਵਿੱਦਿਆ ਪੜ੍ਹ ਕੇ ਆਉਣ। ਫਾਰਸੀ ਪੜ੍ਹਾਉਣ ਵਾਲੇ ਰੱਖੇ ਗਏ। ਜਿਹੜੇ ਸਿੱਖ ਪਹਿਲਾਂ ਸੰਸਕ੍ਰਿਤ ਵਿੱਦਿਆ ਪੜ੍ਹਨ ਵਾਸਤੇ ਕਾਸ਼ੀ ਭੇਜੇ ਉਹ ਇਹ ਸਨ: ਭਾਈ ਕਰਮ ਸਿੰਘ, ਭਾਈ ਰੀਡਾ ਗੰਡਾ ਸਿੰਘ,
ਭਾਈ ਵੀਰ ਸਿੰਘ, ਭਾਈ ਸੈਣ ਸਿੰਘ ਤੇ ਰਾਮ ਸਿੰਘ। ਇਹਨਾਂ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਨਿਰਮਲ ਰਹਿਣ ਤੇ ਬ੍ਰਹਮਚਾਰੀਆਂ ਵਾਲੇ ਸ਼ਸਤਰ ਪਹਿਨ ਕੇ ਲੈਣ, ਕਿਉਂਕਿ ਖਤਰਾ ਸੀ ਕਿ ਬ੍ਰਾਹਮਣ ਲੋਕ ਉਹਨਾਂ ਨੂੰ ਸ਼ੂਦਰ ਸਮਝ ਕੇ ਵਿੱਦਿਆ ਹੀ ਨਾ ਪੜ੍ਹਾਉਣ। ਸੋ ਇਹ ਸੱਜਣ 1742 ਬਿਕਰਮੀ ਵਿੱਚ ਕਾਸ਼ੀ ਨੂੰ ਗਏ ਸਨ। ਇਹ ਜਦੋਂ ਵਾਪਸ ਆਏ ਤਾਂ ਨਿਰਮਲੇ ਸੰਤਾਂ ਦੀ ਸੰਪਰਦਾ ਇਹਨਾਂ ਤੋਂ ਪ੍ਰਚਲਿਤ ਹੋਈ। ਨਿਰਮਲੇ ਸੰਤਾਂ ਨੇ ਗੁਰੂ ਘਰ ਤੇ ਗੁਰਮਤਿ ਦਾ ਬਹੁਤ ਪ੍ਰਚਾਰ ਕੀਤਾ। ਇਹਨਾਂ ਦਿਨਾਂ ਵਿੱਚ ਸਤਿਗੁਰ ਜੀ ਨੇ ਆਪ ਕਵਿਤਾ ਉਚਾਰਨੀ ਆਰੰਭ ਕੀਤੀ। ਪ੍ਰੰਤਨ ਸਿਮਰਤੀਆਂ ਤੇ ਹੋਰ ਗ੍ਰੰਥ ਪੜ੍ਹਨੇ ਸ਼ੁਰੂ ਕੀਤੇ। ਰਵੈਣ, ਮਹਾਭਾਰਤ, ਪ੍ਰੇਮ ਸਾਗਰ ਆਦਿਕ ਗ੍ਰੰਥ ਵੀ ਪੜ੍ਹੇ। ਉਹਨਾਂ ਗ੍ਰੰਥਾਂ ਵਿੱਚੋਂ ਬਹਾਦਰੀ ਦੇ ਇਤਿਹਾਸਕ ਅਤੇ ਗਾਥਾ ਦੇ ਪ੍ਰਸੰਗਾਂ ਨੂੰ ਸੁਣਿਆ। ਪ੍ਰਸੰਗਾਂ ਦੀ ਚੋਣ ਕਰਨ ਪਿੱਛੋਂ ਆਪਣੀ ਕਵਿਤਾ ਵਿੱਚ ਮੁੜ ਬਿਆਨ ਕਰਨਾ ਆਰੰਭਿਆ। ਕਵਿਤਾ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਹੈ। ਸੰਦ, ਅਲੰਕਾਰ, ਸ਼ਬਦ ਆਦਿਕ ਵੀਰ ਰਸ ਚੁਣੇ ਹਨ। ਗ੍ਰੰਥ ਤੇ ਪ੍ਰਸੰਗ ਦੇ ਬਿਆਨ ਕਰਨ ਤੋਂ ਪਹਿਲਾਂ ਅਕਾਲ ਉਸਤਤ ਕਰਦੇ ਸਨ। ਵੀਰ ਰਸ ਤੇ ਗਿਆਨ ਦੀ ਕਵਿਤਾ ਚਾਰਨ ਵਿੱਚ ਆਪ ਦੀ ਕਾਬਲੀਅਤ ਸੀ। ਜੈਸਾ ਪ੍ਰਸੰਗ ਹੈ ਵੈਸੇ ਹੀ ਸੰਦ ਦੀ ਚਾਲ ਰੱਖਦੇ। ਲੜਾਈ, ਪ੍ਰੇਮ ਤੇ ਆਮ ਬੋਲਚਾਲ ਦੀ ਕਵਿਤਾ ਵੀ ਉਚਾਰੀ। 10 ਗ੍ਰੰਥ ਵਿੱਚ ਆਪ ਦੀ ਬੇਅੰਤ ਰਚਨਾ ਹੈ। ਇਹ ਕਾਲ ਉਸਤਤ, ਬਚਿੱਤਰ ਨਾਟਕ, ਗਿਆਨ ਪ੍ਰਬੋਧ ਤੇ ਚੰਡੀ ਦੀ ਵਾਰ ਆਦਿਕ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ, ਜੋ ਰਹਿੰਦੀ ਦੁਨੀਆ ਤੱਕ ਅਟੱਲ ਰਹਿਣਗੀਆਂ। ਬਾਕੀ ਬਾਰੇ ਅੱਗੇ ਜਾ ਕੇ ਵਿਚਾਰ ਕੀਤੀ ਜਾਵੇਗੀ। ਉਸ ਸਮੇਂ ਦਾ ਰਿਵਾਜ ਸੀ ਕਿ ਰਾਜਿਆਂ, ਮਹਾਰਾਜਿਆਂ, ਬਾਦਸ਼ਾਹ, ਸਰਦਾਰਾਂ ਤੇ ਸੰਤਾਂ ਫਕੀਰਾਂ ਕੋਲ ਕਵੀਸ਼ਰ ਤੇ ਭੱਟ ਲੋਕ ਹੁੰਦੇ ਸਨ। ਉਹ ਕਵਿਤਾ ਦਾ ਉਚਾਰਨ ਕਰਕੇ ਸੁਣਾਉਂਦੇ ਰਹਿੰਦੇ। ਜੈਸੇ ਸੁਭਾਅ ਦਾ ਮਾਲਕ ਹੁੰਦਾ ਵੈਸਾ ਹੀ ਗਿਆਨ ਆਚਾਰਿਆ ਜਾਂਦਾ। ਸਤਿਗੁਰੂ ਜੀ ਸੱਚੇ ਪਾਤਸ਼ਾਹ ਸਨ। ਆਪ ਕੋਲ ਰਾਜ ਦੀ ਬਹੁਤੀ ਧਰਤੀ ਤੇ ਆਪਣਾ ਸਿੱਕਾ ਨਹੀਂ ਸੀ। ਬਾਕੀ ਸਾਰੀਆਂ ਗੱਲਾਂ ਬਾਦਸ਼ਾਹਾਂ ਵਰਗੀਆਂ ਸਨ। ਫੌਜ, ਬਹਾਦਰ, ਲੰਗਰ, ਝੰਡਾ ਤੇ ਨਗਾਰਾ ਕੋਲ ਸੀ। ਜਸ ਤੇ ਬ੍ਰਹਮ ਬਲ ਦਾ ਅੰਤ ਨਹੀਂ ਸੀ। ਦੇਸ਼ ਦੇ ਲੋਕ ਦਰਸ਼ਨ ਕਰਨ ਆਉਂਦੇ ਸਨ, ਬਹੁਤ ਦੇਸਾਂ ਪ੍ਰਦੇਸਾਂ ਦੇ। ਜਦੋਂ ਕਮਿਸ਼ਨਰਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਵਿਦਵਾਨਾਂ ਦੀ ਕਦਰ ਕਰਦੇ ਹਨ, ਜਾਓ ਦਰਬਾਰ।